Hello plus 2 class. Today I am going to start your new chapter, that is chapter number 4, Strategy of Industrial Growth during 1947 to 1990. First is importance of industry. Every industry plays important role in the growth and development of the country. Some points they have given. First is epicenter of economic growth. ਐਪੀਸੈਂਟਰ ਆਫ ਇਕਨੋਮਿਕ ਗਰੋਥ ਮੀਨਸ ਅਗਰ ਸਾਡੇ ਕੋਲ ਅਸੀਂ ਇੰਡਸਟਰੀਜ਼ ਲੈ ਕੇ ਚੱਲਦੇ ਹਾਂ ਤਾਂ ਉਹਦੇ ਨਾਲ ਸਾਡੇ ਕੋਲ GDP ਰਾਈਜ਼ ਹੁੰਦੀ ਹੈ। ਇੰਡਸਟਰੀਜ਼ ਤੋਂ ਬਿਨਾਂ ਇਟਸ ਨਾਟ ਪੋਸੀਬਲ ਕਿ ਅਸੀਂ ਆਪਣੀ ਗਰੋਥ ਹੈ ਜਿਹੜੀ ਉਹਨੂੰ ਫਾਸਟਰ ਕਰ ਸਕੀਏ। ਤਾਂ ਇੰਡਸਟਰੀਜ਼ ਹੈ, ਇਹਨਾਂ ਨੇ ਸਟਰਕਚਰਲ ਟਰਾਂਸਫੋਰਮੇਸ਼ਨ ਕੀਤੀ ਇਕੋਨਮੀ ਦੀ। ਪਹਿਲਾਂ ਅਸੀਂ ਐਗਰੀਕਲਚਰ ਦੇ ਬੇਸਡ ਇਕੋਨਮੀ ਸੀਗੀ, ਸਲੋਲੀ ਵੀ ਹੈਵ ਚੇਂਜਡ ਟੂ ਦਾ ਇੰਡਸਟਰੀ। ਔਰ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਦੀ ਇਨਕਮ ਰਾਈਜ਼ ਹੋਈ। ਵਿਦ ਰਾਈਜ਼ ਇਨ ਦਾ ਇਨਕਮ ਉਹਨਾਂ ਨੇ ਜ਼ਿਆਦਾ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ। ਦੈਨ source of employment, this is offers source of employment also because the heavy burden से ਅਸੀਂ agriculture economy ਨੂੰ adopt ਕਰ ਰਹੇ ਸੀਗੇ। heavy burden was on the agriculture economy and what was the surplus ਲੇਬਰ ਫॉर ਦਾ ਐਗਰੀਕਲਚਰ ਉਹਨਾਂ ਨੇ ਉਹਨੂੰ ਚੇਂਜ ਕਰ ਦਿੱਤਾ। ਜਿੰਨੀ ਵੀ ਸਾਡੇ ਕੋਲ ਲਾਰਜ ਲੇਬਰ ਫੋਰਸ ਸੀਗੀ ਉਹਨੂੰ ਰਿਲੀਜ਼ ਕਰਕੇ ਐਗਰੀਕਲਚਰ ਤੋਂ ਦੇ ਹੈਵ ਸ਼ਿਫਟਡ ਟੂਵਰਡ ਦਾ ਇੰਡਸਟਰੀਜ਼। ਨੈਕਸਟ ਇਜ਼ ਸੋਰਸ ਆਫ ਮੈਕਨਾਈਜ਼ਡ ਮੀਨਸ ਆਫ ਫਾਰਮਿੰਗ। ਵਿਦਆਊਟ ਦਾ ਇੰਡਸਟਰੀ ਇਟ ਇਜ਼ ਨਾਟ ਪੋਸੀਬਲ ਕਿ ਅਸੀਂ ਮਸ਼ੀਨਸ ਨੂੰ ਗਰੋ ਕਰ ਸਕਦੇ। ਐਂਡ ਅਗਰ ਅਸੀਂ ਐਗਰੀਕਲਚਰ ਨੂੰ ਮੈਕਨਾਈਜ਼ਡ ਮੀਨਸ ਦੇਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਨੂੰ ਇੰਡਸਟਰੀਜ਼ ਦੀ ਬਹੁਤ ਜ਼ਰੂਰਤ ਹੈ। ਇੰਡਸਟਰੀਜ਼ ਦੇ ਨਾਲ ਅਸੀਂ ਅਗਰ ਮੈਕਨਾਈਜ਼ਡ ਮੀਨਸ ਦੀ ਅਸੀਂ ਗੱਲ ਕਰਦੇ ਹਾਂ ਲਾਈਕ ਟਰੈਕਟਰਸ, ਥ੍ਰੈਸ਼ਰਸ, ਹਾਰਵੈਸਟਰਸ, ਇਹ ਸਿਰਫ ਤਾਂ ਹੀ ਪੋਸੀਬਲ ਹੋ ਸਕਦੇ ਹੈ ਕਿ ਅਗਰ ਸਾਡੇ ਕੋਲ ਇੰਡਸਟਰੀਜ਼ ਹੋਣਗੀਆਂ। ਦੈਨ ਇੰਪਾਰਟ ਡਾਇਨਾਮਿਜ਼ਮ ਟੂ ਗਰੋਥ ਪ੍ਰੋਸੈਸ। ਗਰੋਥ ਪ੍ਰੋਸੈਸ ਨੂੰ ਡਾਇਨਾਮਿਜ਼ਮ ਪ੍ਰੋਵਾਈਡ ਕਰਦਾ। ਲਾਈਕ ਅਗਰ ਅਸੀਂ ਸਿਰਫ ਐਗਰੀਕਲਚਰ ਦੇ ਉੱਤੇ ਬੇਸਡ ਹੋ ਕਰਦੇ ਹਾਂ ਤਾਂ ਐਗਰੀਕਲਚਰ ਦੇ ਨਾਲ ਅਸੀਂ ਉਹਨਾਂ ਗਰੋਥ ਪ੍ਰੋਸੈਸ ਫਾਸਟ ਨਹੀਂ ਕਰ ਸਕਦੇ ਗੇ। ਤਾਂ ਇਹਦੇ ਨਾਲ ਕੀ ਹੋਇਆ ਕਿ ਜੋ ਵੀ ਸਾਡੇ ਕੋਲ ਅਸੀਂ ਪ੍ਰੋਡਕਸ਼ਨ ਕਰਦੇ ਸੀ ਪਹਿਲਾਂ, ਸਾਡੇ ਕੋਲ ਜੋ ਪ੍ਰੋਡਕਸ਼ਨ ਸੀ ਇਟ ਵਾਜ਼ ਫॉर ਦਾ ਸਰਵਾਈਵਲ ਨੀਡਸ ਓਨਲੀ, ਬਟ ਇੰਡਸਟਰੀਲਾਈਜੇਸ਼ਨ ਦੇ ਨਾਲ ਸਾਡੇ ਕੋਲ ਕੰਜ਼ਿਊਮਰਿਜ਼ਮ ਹੈ ਜਿਹੜਾ ਉਹ ਸਟਾਰਟ ਹੋ ਗਿਆ। ਐਂਡ ਕੰਜ਼ਿਊਮਰਿਜ਼ਮ ਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਅਸੀਂ ਹਿਊਮਨ ਨੀਡਸ ਹੈਗੀਆਂ ਉਹਨਾਂ ਨੂੰ ਜ਼ਿਆਦਾ ਫੁਲਫਿਲ ਕਰ ਸਕਦੇ ਹਾਂ ਤਾਂ ਸਾਡੀ ਕੁਆਲਿਟੀ ਲਾਈਫ ਹੈ ਜਿਹੜੀ ਉਹ ਗੁੱਡ ਹੋਏਗੀ। ਗਰੋਥ ਆਫ ਸਿਵਿਲਾਈਜੇਸ਼ਨ ਲਾਈਕ ਅਸੀਂ ਕੁਆਲਿਟੀ ਲਾਈਫ ਦੀ ਗੱਲ ਕਰਦੇ ਹਾਂ। ਲਾਈਕ ਇਫ ਯੂ ਆਰ ਹੈਵਿੰਗ ਇੰਡਸਟਰੀਜ਼ ਤਾਂ ਸਾਡੇ ਕੋਲ ਐਜੂਕੇਸ਼ਨ, ਸਕਿੱਲਸ, ਇਹ ਸਾਰਾ ਕੁਛ ਹੀ ਗਰੋ ਕਰਦਾ। ਐਂਡ ਮੋਰ ਓਵਰ ਅਗਰ ਸਾਡੇ ਕੋਲ ਇੰਡਸਟਰੀਜ਼ ਆਉਂਦੀਆਂ ਹੈਗੀਆਂ ਤਾਂ ਅਸੀਂ ਪ੍ਰੋਡਕਸ਼ਨ ਹੈ ਜਿਹੜੀ ਉਹਨੂੰ ਗੁੱਡ ਵੇਜ਼ ਦੇ ਵਿੱਚ ਕਰ ਸਕਦੇ ਹੈਗੇ। ਐਂਡ ਗਲੋਬਲ ਇਕੋਨਮੀ ਦੇ ਵਿੱਚ ਜੋ ਵੀ ਸਾਡੇ ਕੋਲ ਨੀਡਸ ਹੁੰਦੀਆਂ ਉਹਨਾਂ ਨੂੰ ਅਸੀਂ ਮੀਟ ਕਰ ਸਕਦੇ ਹਾਂ। ਨੈਕਸਟ ਇਜ਼ ਇਨਫਰਾਸਟਰਕਚਰ ਗਰੋਥ। ਵਿਦਆਊਟ ਇੰਡਸਟਰੀ ਇਟ ਇਜ਼ ਨਾਟ ਪੋਸੀਬਲ ਕਿ ਅਸੀਂ ਇਨਫਰਾਸਟਰਕਚਰ ਨੂੰ ਗਰੋ ਕਰ ਸਕਦੇ ਹਾਂ। ਇਨਫਰਾਸਟਰਕਚਰ ਕੰਸਿਸਟ ਟੂ ਟਾਈਪਸ ਆਫ ਇਨਫਰਾਸਟਰਕਚਰ, ਇਕਨੋਮਿਕ ਐਂਡ ਸੋਸ਼ਲ। Economic infrastructure is not possible without the industry and industry is not possible without the infrastructure, economic infrastructure। and economic infrastructure consists transportation, communication, banking, insurance ਸਾਡੇ ਕੋਲ ਸਾਰਾ ਇਹਦੇ ਵਿੱਚ ਆਉਂਦਾ। ਔਰ ਸੋਸ਼ਲ ਦੇ ਵਿੱਚ ਸਾਡੇ ਕੋਲ ਐਜੂਕੇਸ਼ਨ ਐਂਡ ਹੌਸਪੀਟਲਸ ਫੈਸਿਲਿਟੀਜ਼ ਆਉਂਦੀਆਂ। ਇਨਫਰਾਸਟਰਕਚਰ ਗਰੋਥ ਸਾਡੀ ਤਾਂ ਹੀ ਹੋ ਸਕਦੀ ਸੀ ਅਗਰ ਸਾਡੇ ਕੋਲ ਹੈਵੀ ਇੰਡਸਟਰੀਜ਼ ਹੁੰਦੀਆਂ। ਦੈਨ ਇੰਡਸਟਰੀਅਲਾਈਜੇਸ਼ਨ ਆ ਸਾਈਨ ਕਿਆ ਨਾਨ ਆਫ ਗਰੋਥ। ਦਿਸ ਇਜ਼ ਨੈਸੈਸਿਟੀ ਫॉर ਦਾ ਇਕੋਨਮੀ ਕਿ ਸਾਡੇ ਕੋਲ ਸਾਡੀਆਂ ਜਿਹੜੀਆਂ ਇੰਡਸਟਰੀਜ਼ ਹੈਗੀਆਂ ਉਹ ਹੋਣੀਆਂ ਚਾਹੀਦੀਆਂ। ਬਿਕੋਜ਼ ਇੰਡਸਟਰੀਅਲਾਈਜੇਸ਼ਨ ਅਗਰ ਸਪਰੈਡ ਹੁੰਦਾ ਤਾਂ ਅਸੀਂ ਡਿਵੈਲਪ ਕੰਟਰੀਜ਼ ਆ ਜਿਹੜੀਆਂ ਉਹਨਾਂ ਦੇ ਵਿੱਚ ਕੰਸੀਡਰ ਕਰ ਸਕਦੇ ਹਾਂ ਆਪਣੀ ਇਕੋਨਮੀ ਨੂੰ। ਤਾਂ ਜ਼ਰੂਰੀ ਸੀ ਐਵੀਟੇਬਲ ਸਾਡੇ ਕੋਲ ਸੀਗਾ ਕਿ ਅਗਰ ਅਸੀਂ ਇੰਡਸਟਰੀਅਲਾਈਜੇਸ਼ਨ ਪੋਸੀਬਲ ਤਾਂ ਹੀ ਹੋ ਸਕਦਾ ਹੈ ਕਿ ਅਗਰ ਅਸੀਂ ਬਾਕੀ ਏਰੀਆਜ਼ ਨੂੰ ਵੀ ਗਰੋ ਕਰਦੇ, ਇਨਫਰਾਸਟਰਕਚਰ ਨੂੰ ਵੀ ਗਰੋ ਕਰਦੇ। ਐਂਡ ਵਿਦਆਊਟ ਦਾ ਇੰਡਸਟਰੀਜ਼ ਇਟ ਇਜ਼ ਨਾਟ ਪੋਸੀਬਲ ਕਿ ਅਸੀਂ ਉਹਨਾਂ ਨੂੰ ਗਰੋ ਕਰ ਸਕਦੇ। Next is factors necessitating direct participation of the state, that is a public sector in the industrial development. First, we will discuss about the public sector and the private sector. ਪਬਲਿਕ ਸੈਕਟਰ ਸਾਡੇ ਕੋਲ ਉਹ ਵਾਲੀ ਐਂਟਰਪ੍ਰਾਈਜ਼ਸ ਆਉਂਦੀਆਂ ਜਿਹੜੀਆਂ ਗਵਰਨਮੈਂਟ ਰਨ ਕਰਦੀ ਹੈ। ਮੀਨਸ ਜੋ ਵੀ ਸਾਡੇ ਕੋਲ ਉਹਦੇ ਦੀ ਓਪਰੇਸ਼ਨ ਹੋਏਗੀ, ਮੋਡ ਆਫ ਓਪਰੇਸ਼ਨ ਇਟਸ ਵਿਦ ਦਾ ਗਵਰਨਮੈਂਟ ਓਨਲੀ। ਐਂਡ ਗਵਰਨਮੈਂਟ ਹਮੇਸ਼ਾ ਸੋਸ਼ਲ ਵੈਲਫੇਅਰ ਦੇ ਲਈ ਵਰਕ ਕਰਦੀ ਹੈ। ਵੇਅਰਐਜ਼ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਸਾਡੇ ਕੋਲ ਕੰਟਰੋਲਡ ਬਾਏ ਦਾ ਪ੍ਰਾਈਵੇਟ ਇੰਡੀਵਿਜੂਅਲਸ ਐਂਡ ਦਿਸ ਇਜ਼ ਡਰਿਵਨ ਫॉर ਦਾ ਪ੍ਰੋਫਿਟ ਮੋਟਿਵ। ਪ੍ਰੋਫਿਟ ਮੋਟਿਵ ਦੇ ਲਈ ਸਾਡੇ ਕੋਲ ਕੰਮ ਕੀਤਾ ਜਾਂਦਾ ਐਂਡ ਹਮੇਸ਼ਾ ਪ੍ਰੋਫਿਟ ਮੈਕਸੀਮਾਈਜੇਸ਼ਨ ਨੂੰ ਹੀ ਲੈ ਕੇ ਚੱਲਿਆ ਜਾਂਦਾ। Then now we are moving to the topic factors necessitating direct participation of the state.
ਕਿਹੜੇ ਫੈਕਟਰਸ ਹੈ ਜਿਨ੍ਹਾਂ ਨੇ ਸਟੇਟ ਨੂੰ ਮੀਨਸ ਗਵਰਨਮੈਂਟ ਨੂੰ ਆਪਣੀ ਡਾਇਰੈਕਟ ਪਾਰਟਿਸਿਪੇਸ਼ਨ ਦੇ ਲਈ ਕੰਪੈਲ ਕੀਤਾ? ਫਸਟ ਇਜ਼ ਅ ਲੈਕ ਆਫ ਕੈਪੀਟਲ। ਬਿਕੋਜ਼ ਜਦੋਂ ਅਸੀਂ ਇੰਡੀਪੈਂਡੈਂਟ ਹੋਏ, ਇੰਡੀਪੈਂਡੈਂਸ ਤੋਂ ਬਾਅਦ ਵੀ ਵਰ ਨਾਟ ਹੈਵਿੰਗ ਦਿਸ ਮਚ ਕੈਪੀਟਲ ਕਿ ਅਸੀਂ ਆਪਣੀਆਂ ਜਿਹੜੀਆਂ ਨੀਡਸ ਆ ਉਹਨਾਂ ਨੂੰ ਫੁਲਫਿਲ ਕਰ ਸਕਦੇ। ਜਸਟ ਅਗਰ ਅਸੀਂ ਇੰਡਸਟਰੀਜ਼ ਦੀ ਗੱਲ ਕਰਦੇ ਹਾਂ ਤਾਂ ਵੀ ਵਰ ਹੈਵਿੰਗ ਜਸਟ 2 ਬਿਗ ਇੰਡਸਟਰੀਅਲ ਹਾਊਸਿਸ, ਟਾਟਾ ਐਂਡ ਬਿਰਲਾ। ਤਾਂ ਅਗਰ ਸਾਨੂੰ ਅਸੀਂ ਇੰਡਸਟਰੀਲਾਈਜੇਸ਼ਨ ਸਟਾਰਟ ਕਰਨਾ ਹੈ ਜਾਂ ਆਪਣੀ ਇਕੋਨਮੀ ਨੂੰ ਗਰੋ ਕਰਨਾ ਹੈ, ਦੈਨ ਇਟ ਨੀਡਸ ਹੈਵੀ ਇਨਵੈਸਟਮੈਂਟ, ਹੈਵੀ ਕੈਪੀਟਲ। ਤਾਂ ਸਾਡੇ ਕੋਲ ਕੈਪੀਟਲ ਹੀ ਨਹੀਂ ਸੀ, ਤਾਂ ਗਵਰਨਮੈਂਟ ਨੂੰ ਆਪਣੇ ਕੋਲੋਂ ਕੈਪੀਟਲ ਲਗਾਉਣੀ ਪਈ। ਅਗਰ ਉਹ ਸਿਰਫ ਇਹਨਾਂ ਇੰਡਸਟਰੀਅਲ ਹਾਊਸਿਸ ਨੂੰ ਪ੍ਰੋਵਾਈਡ ਕਰਦੇ ਤਾਂ ਇਕਨੋਮਿਕ ਕੰਸਨਟ੍ਰੇਸ਼ਨ ਹੈ ਜਿਹੜੀ ਉਹਨਾਂ ਦੇ ਕੋਲ ਚੱਲ ਜਾਂਦੀ, ਜਿਹੜੀ ਇਕਨੋਮਿਕ ਪਾਵਰ ਹੈ ਇੱਕ ਸਮ ਹਾਊਸਿਸ ਕੋਲ ਹੀ ਕਲੈਕਟ ਹੋ ਜਾਂਦੀ ਸੀ। Next, low inducement to invest. Low inducement to invest means if we are having low level of income, it means that ਸਾਡੀ ਡਿਮਾਂਡ ਵੀ ਘੱਟ ਹੋਏਗੀ, ਡਿਮਾਂਡ ਘੱਟ ਹੋਏਗੀ ਤਾਂ ਸਾਡਾ ਮਾਰਕੀਟ ਸਾਈਜ਼ ਸਮੋਲ ਹੋਏਗਾ ਐਂਡ ਇਟ ਇੰਡਿਊਸਿਸ ਲੈਸ ਇਨਵੈਸਟਮੈਂਟ। ਅਗਰ ਇਨਵੈਸਟਮੈਂਟ ਘੱਟ ਹੋਏਗੀ ਤਾਂ ਸਾਡੇ ਕੋਲ ਇਨਕਮ, ਅਗੇਨ ਇਨਕਮ ਘੱਟ ਹੋਏਗੀ ਤਾਂ ਇਟ ਮੀਨਸ ਅਗਰ ਸਾਡੇ ਕੋਲ ਲੈਸ ਇਨਵੈਸਟਮੈਂਟ ਹੈ ਤਾਂ ਇਟ ਮੀਨਸ ਲੈਸ ਇਨਕਮ ਹੈ ਤਾਂ ਕੋਈ ਵੀ ਸਾਡੇ ਕੋਲ ਇਨਵੈਸਟ ਨਹੀਂ ਕਰੇਗਾ। ਨੈਕਸਟ ਇਜ਼ ਅ ਗਰੋਥ ਵਿਦ ਅ ਸੋਸ਼ਲ ਜਸਟਿਸ। ਗਵਰਨਮੈਂਟ ਦਾ ਮੇਨ ਮੋਟਿਵ ਸੀ ਕਿ ਸੋਸ਼ਲ ਜਸਟਿਸ, ਬਿਕੋਜ਼ ਗਵਰਨਮੈਂਟ ਨੋਜ਼ ਦੈਟ ਸਾਡੇ ਕੋਲ ਇੱਦਾਂ ਦੀ ਪਾਪੂਲੇਸ਼ਨ ਵੀ ਹੈ ਜਿੱਥੇ ਪੋਵਰਟੀ ਵੀ ਆਉਂਦੀ ਹੈ, ਤਾਂ ਉਸ ਚੀਜ਼ ਦੇ ਲਈ ਗਵਰਨਮੈਂਟ ਨੂੰ ਸੀਗਾ ਕਿ ਸੋਸ਼ਲ ਜਸਟਿਸ ਦੇ ਨਾਲ ਹੋਣੀ ਚਾਹੀਦੀ ਹੈ। ਤਾਂ ਗਵਰਨਮੈਂਟ ਦਾ ਮੇਨ ਮੋਟਿਵ ਸੀ ਡਾਇਰੈਕਟ ਪਾਰਟੀਸਪੇਸ਼ਨ ਦੇ ਲਈ ਐਂਡ ਇਹਦੇ ਨਾਲ ਜਿਹੜੀ ਪਬਲਿਕ ਕੰਸਨਟ੍ਰੇਸ਼ਨ ਸੀ, ਪ੍ਰਾਈਵੇਟ ਕੰਸਨਟ੍ਰੇਸ਼ਨ ਸੀਗੀ ਉਹਨੂੰ ਮਿਨੀਮਾਈਜ਼ ਕੀਤਾ ਜਾ ਸਕਦਾ ਹੈ। ਕੰਟਰੋਲ ਆਫ ਕਮਾਂਡਿੰਗ ਹਾਈਟਸ ਆਫ ਦਾ ਇਕੋਨਮੀ। ਅੰਡਰ ਦਿਸ ਵੀ ਆਰ ਕੈਟਾਗਰਾਈਜ਼ਿੰਗ ਇਨ ਅ 2 ਵੇਜ਼। ਫਸਟ ਇਜ਼ ਕਿ ਸਟ੍ਰੈਟੇਜਿਕ ਗਰੋਥ ਹੋਣੀ ਚਾਹੀਦੀ ਹੈ ਐਂਡ ਸੈਕਿੰਡ ਕਿ ਸਾਡੇ ਕੋਲ ਇਹਦਾ ਜਿਹੜਾ ਸਿਗਨੀਫਿਕੈਂਸ ਹੈ ਇੰਡਸਟਰੀਅਲ ਬੇਸ ਹੈ ਜਿਹੜਾ ਉਹਨੂੰ ਸਪਰੈਡ ਕਰਨ ਦਾ ਸੀ। ਨੈਕਸਟ ਇਜ਼ IPR ਇੰਡਸਟਰੀਅਲ ਪਾਲਿਸੀ ਰੈਜ਼ੋਲੂਸ਼ਨ 1956। ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਫॉर ਫਾਈਨਲ ਐਗਜ਼ਾਮੀਨੇਸ਼ਨਸ। 1956 ਸਭ ਤੋਂ ਪਹਿਲਾਂ ਇੰਡਸਟਰੀਅਲ ਪਾਲਿਸੀ ਬਣਾਈ ਗਈ ਔਰ ਉਸ ਇੰਡਸਟਰੀਅਲ ਪਾਲਿਸੀ ਦੇ ਵਿੱਚ ਗਵਰਨਮੈਂਟ ਦਾ ਕੀ ਰੋਲ ਹੋਏਗਾ ਉਸ ਨੂੰ ਡਿਕਲੇਅਰ ਕੀਤਾ ਗਿਆ। ਦੇ ਹੈਵ ਡਿਕਲੇਅਰ IPR ਇਨ 3 ਵੇਜ਼। ਫਸਟ, 3-fold classification, second industrial licenses and third industrial concessions. First is 3-fold classification. ਇੰਡਸਟਰੀਜ਼ ਨੂੰ 3 ਕੈਟਾਗਰੀਜ਼ ਦੇ ਵਿੱਚ ਕੈਟਾਗਰਾਈਜ਼ ਕਰ ਲਿਆ ਗਿਆ, A, B ਐਂਡ C। A ਸੈਕਟਰ ਦੇ ਵਿੱਚ ਸਾਰੀਆਂ ਦੇ ਸਾਰੀਆਂ ਮੇਜਰ ਇੰਡਸਟਰੀਜ਼ ਲਾਈਕ ਐਟੋਮਿਕ ਐਨਰਜੀ, ਡਿਫੈਂਸ, ਰੇਲਵੇਜ਼, ਇਹਨਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਇੰਡਸਟਰੀਜ਼ 17 ਇੰਡਸਟਰੀਜ਼ ਵਰ ਅੰਡਰ ਦਾ ਕੰਟਰੋਲ ਆਫ ਦਾ ਗਵਰਨਮੈਂਟ। ਗਵਰਨਮੈਂਟ ਨੇ ਮੇਜਰ ਜਿੰਨੀ ਵੀ ਇਸਟੈਬਲਿਸ਼ਮੈਂਟ ਕੀਤੀ ਹੈ ਇੰਡਸਟਰੀਜ਼ ਨੂੰ, ਇਟ ਵਾਜ਼ ਅੰਡਰ ਦਾ ਪਬਲਿਕ ਸੈਕਟਰ। ਸੈਕਿੰਡ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਔਰ ਉਹਦੇ ਵਿੱਚ ਵੀ ਪਬਲਿਕ ਹੈ ਜਿਹੜਾ ਮੇਜਰ ਰੋਲ ਪਲੇ ਕਰੇਗਾ ਐਂਡ ਪ੍ਰਾਈਵੇਟ ਸੈਕਟਰ ਸੈਕੰਡਰੀ ਰੋਲ ਪਲੇ ਕਰੇਗਾ। ਐਂਡ ਦੈਨ ਇੰਡਸਟਰੀਜ਼ ਨੂੰ 2 ਕੈਟਾਗਰੀਜ਼ ਦੇ ਵਿੱਚ ਕੈਟਾਗਰਾਈਜ਼ ਕੀਤਾ ਗਿਆ। ਫਸਟ ਕੈਟਾਗਰੀਜ਼ ਦੇ ਵਿੱਚ ਪ੍ਰਾਈਵੇਟ ਐਂਡ ਸੈਕਿੰਡ ਕੈਟਾਗਰੀਜ਼ ਦੇ ਵਿੱਚ ਪਬਲਿਕ ਐਂਡ ਪ੍ਰਾਈਵੇਟ ਪਾਰਟਨਰਸ਼ਿਪ। ਉਹਨਾਂ ਤੋਂ ਬਾਅਦ ਅਗਰ ਕੁਛ ਲੈਫਟ ਰਹਿ ਗਿਆ ਤਾਂ ਗਵਰਨਮੈਂਟ ਨੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਟੂ ਦਾ ਪ੍ਰਾਈਵੇਟ ਸੈਕਟਰ। 12 ਇੰਡਸਟਰੀਜ਼ ਵਰ ਲੈਫਟ ਫॉर द ਪ੍ਰਾਈਵੇਟ ਸੈਕਟਰ। ਔਰ ਪ੍ਰਾਈਵੇਟ ਸੈਕਟਰ ਅਗਰ ਉਹਨਾਂ ਨੂੰ ਓਪਨ ਕਰਨਾ ਚਾਹੁੰਦਾ ਦੇ ਨੀਡ ਲਾਇਸੈਂਸ। ਹੇਅਰ ਦੇ ਹੈਵ ਗਿਵਨ ਲਾਇਸੈਂਸਿੰਗ ਪੋਲਿਸੀ। ਲਾਇਸੈਂਸਿੰਗ ਪੋਲਿਸੀ ਦੇ ਵਿੱਚ ਇੰਡਸਟਰੀਅਲ ਲਾਇਸੈਂਸਿੰਗ ਇਜ਼ ਮਸਟ। ਫਸਟ, 3-fold classification 3 ਕੈਟਾਗਰੀਜ਼ ਦੇ ਵਿੱਚ A ਕੈਟਾਗਰੀ ਪਬਲਿਕ ਸੈਕਟਰ ਓਨ ਕਰੇਗਾ, B ਕੈਟਾਗਰੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੋਣੀ ਚਾਹੀਦੀ ਹੈ ਐਂਡ ਥਰਡ ਅਗਰ ਇਹਦੇ ਵਿੱਚ ਵੀ ਪ੍ਰਾਈਵੇਟ ਸੈਕਟਰ ਹੈ ਜਿਹੜਾ ਮਾਈਨਰ ਰੋਲ ਪਲੇ ਕਰੇਗਾ। ਵੇਅਰ ਐਜ਼ ਜੋ ਸਾਡੇ ਕੋਲ ਫਸਟ ਅਤੇ ਸੈਕਿੰਡ ਦੇ ਵਿੱਚ ਲੈਫਟ ਰਹਿ ਗਿਆ ਦੈਟ ਇਜ਼ ਫॉर ਦਾ ਪ੍ਰਾਈਵੇਟ ਸੈਕਟਰ ਐਂਡ ਦੇ ਨੀਡ ਲਾਇਸੈਂਸਿਸ ਇਨਕਰੇਜ਼ ਕਰਦਾ ਸੀਗਾ ਬੈਕਵਰਡ ਰੀਜਨਸ ਦੇ ਵਿੱਚ ਇੰਡਸਟਰੀਜ਼ ਇਸਟੈਬਲਿਸ਼ ਕਰਨ ਦੇ ਲਈ। ਲਾਇਸੈਂਸ ਪੋਲਿਸੀ ਦੇ ਨਾਲ ਰੀਜਨਲ ਇਕੁਐਲਿਟੀ ਨੂੰ ਪ੍ਰਮੋਟ ਕੀਤਾ ਗਿਆ। ਪ੍ਰਾਈਵੇਟ ਇੰਟਰਪ੍ਰੀਨਿਓਰਸ਼ਿਪ ਹੈ ਜਿਹੜੇ ਉਹ ਅਗਰ ਆਪਣੀ ਇੰਡਸਟਰੀਜ਼ ਨੂੰ ਇਸਟੈਬਲਿਸ਼ ਕਰਨਾ ਚਾਹੁੰਦੇ ਆ ਦੇ ਹੈਵ ਟੂ ਇਸਟੈਬਲਿਸ਼ ਦੀਜ਼ ਇੰਡਸਟਰੀਜ਼ ਇਨ ਦਾ ਬੈਕਵਰਡ ਰੀਜਨਸ ਐਂਡ ਉਹਦੇ ਨਾਲ ਕੀ ਹੋਏਗਾ ਕਿ ਸਾਡੀ ਜਿਹੜੀ ਇਕੁਐਲਿਟੀ ਹੈ ਉਹ ਬਣੀ ਰਹੇਗੀ। ਦੈਨ ਨੈਕਸਟ ਇਜ਼ ਆ ਗਵਰਨਮੈਂਟ ਉਹਦੇ ਲਈ ਕੀ ਕਰਦੀ ਸੀਗੀ ਕਿ ਅਗਰ ਤੁਸੀਂ ਗਵਰਨਮੈਂਟ ਨੇ ਇਸਨੂੰ ਪ੍ਰਮੋਟ ਕਰਨ ਦੇ ਲਈ ਪ੍ਰਾਈਵੇਟ ਕਿਉਂਕਿ ਪ੍ਰਾਈਵੇਟ
ऑनर्स ਨੂੰ ਮੇਨ ਮੋਟਿਵ ਕੀ ਹੁੰਦਾ ਪ੍ਰੋਫਿਟ, ਔਰ ਪ੍ਰੋਫਿਟ ਕੀ ਹੋ ਸਕਦਾ ਇਫ ਦੇ ਆਰ ਗੈਟਿੰਗ ਕੰਸੈਸ਼ਨਸ ਫॉर ਇੰਡਸਟਰੀਜ਼, concession in the terms of tax holiday and subsidized power supply। टैक्स हॉलीडे मीनस कुछ ईयर्स के लिए, लाइक से 5 ईयर्स के लिए उन्होंने तो कोई टैक्सिस नहीं ले जाएंगे, दे आर फ्री फ्रॉम द टैक्सिस। एंड सैकेंड सबसिडाइज पावर सप्लाई, और पावर सप्लाई के उत्ते सबसिडी प्रोवाइड की जाएगी सो दैट कि उन्होंने कॉस्ट है जोड़े उन्होंने रिड्यूस किया जा सके। एंड दीज वर द डिक्लेरेशनस ऑफ द स्टेट कि अगर वो लीडिंग रोल लेना चाहता है तो क्यों लेना चाहता है। नेक्स्ट इज़ द डिवेलपमेंट ऑफ SSI। These last whatever we have done, those were for the large scale industries, and now it's development of SSI, a policy instrument to promote the goals of equity and equality employment, equity and employment ਉਹਦੇ goals ਨੂੰ ਬਣਾ ਕਰਨ ਦੇ ਲਈ। SSI means small scale industries। ਲਾਰਜ ਸਕੇਲ ਇੰਡਸਟਰੀਜ਼ ਦੇ ਨਾਲ ਨਾਲ ਸਰ ਸਮੋਲ ਸਕੇਲ ਇੰਡਸਟਰੀਜ਼ ਦੀ ਵੀ ਜ਼ਰੂਰਤ ਹੈ, ਬਿਕੋਜ਼ ਉਹ ਸਾਡੇ ਕੋਲ ਇੰਪਲਾਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਕਰਦੀਆਂ, ਦੇ ਪ੍ਰੋਵਾਈਡ ਇਕੁਇਟੀ to the different persons under the under the guidance of the Karve Committee, which was established in 1955. They have given some guidelines, principal characteristics they have provided for the SSI। First is SSI is a labor intensive and therefore employment friendly। SSI ਸਾਡੇ ਕੋਲ labor intensive techniques ਨੂੰ utilize ਕਰਦੀ ਹੈ, because there is need of for less capital and therefore employment friendly। Already we have discussed कि साढ़े को labor intensive and capital intensive techniques होंगी। labor intensive techniques are those techniques where more labor and less capital utilization, और capital intensive ਦੇ ਵਿੱਚ ਅਸੀਂ less labor and more capital ਨੂੰ utilize करते हैं, because ਇੱਥੇ labor ਨੂੰ ज़्यादा utilize ਕੀਤਾ ਜਾਂਦਾ, so that this is employment friendly। तो साढ़े इंडियन इकोनॉमी इज लेबर सरप्लस इकोनॉमी और कैपिटल डेफिशिएंट इकोनॉमी। कैपिटल साढ़े को घट है, लेबर सप्लाई ज़्यादा है, तो इस एम नू लैके कि असी फुल इंपलायमेंट नू दे उत्ते फोकस करांगे। फुल इंपलायमेंट तां ही हो सकता है कि जो साढ़े को सरप्लस लेबर आती है उन्होंने असी यूज़ करिए फॉर द स्मॉल स्केल इंडस्ट्रीज। सैकेंड आ गया SSI शोज़ लोकेशनल फ्लैक्सीबिलिटी एंड देयरफॉर इक्वलिटी ओरिएंटेड। लोकेशनल फ्लैक्सीबिलिटी, बिकॉज अगर असी लार्ज स्केल इंडस्ट्रीज़ की गल करते हैं, लाइक भिलाई स्टील्स एंड रूरकेला स्टील्स, तो उन्होंने उस जगह के उत्ते इस्टैबलिश किया गया जिथे उन्होंने को रॉ मटीरीयल के सोर्सिस ज़्यादा से। उन्होंने क्योंकि लार्ज स्केल है, लार्ज स्केल के उत्ते साढ़े को रॉ मटीरीयल की ज़्यादा जरूरत होंदी है। अगर उन्होंने रॉ मटीरीयल ज़्यादा दूर तो मिलेगा तो हाई ट्रांसपोर्टेशन कॉस्ट होएगी। तो इस दे लई लोकेशनल फ्लैक्सीबिलिटी लई, क्योंकि स्मॉल स्केल इंडस्ट्रीज दे नीड स्मॉल रॉ मटीरीयल एंड लोकेशनल फ्लैक्सीबल होंगे, तो किसी भी जगह के उत्ते जाके असीं उन्होंने सैटअप कर सकते हैं, उन्होंने इन्नी ज़्यादा जरूरत नहीं होंदी। दे विल कंट्रीब्यूट टू द बैलेंस रीजनल ग्रोथ, कि अलग अलग रीजन के विच नहीं होएगा कि एक रीजन के विच अगर असीं लार्ज स्केल इंडस्ट्री लगा रहे हैं तो ज़्यादा हो जाएगी। देन SSI नीड्स स्मॉल इन्वेस्टमेंट एंड इज़ देयरफॉर इक्विटी oriented, referring to the equality across different sections of the society। SSI ਨੂੰ ज़्यादा इन्वेस्टमेंट की जरूरत नहीं होंगी, स्मॉल इन्वेस्टमेंट्स के नाल दे कैन डू देयर वर्क। सो ਉਹਦੇ ਨਾਲ ਕੀ ਹੋਏਗਾ ਕਿ ਇਕਨੋਮਿਕ ਪਾਵਰ ਹੈ ਜਿਹੜੀ ਕੁਛ ਲੋਕਾਂ ਦੇ ਹੱਥ ਦੇ ਵਿੱਚ ਕੰਸਨਟਰੇਟ ਨਹੀਂ ਹੋਏਗੀ। ਇਹਦੇ ਨਾਲ ਡਿਫਰੈਂਟ ਪਰਸਨਸ ਨੂੰ ਇੰਪਲਾਇਮੈਂਟ ਓਪਰਚੁਨਿਟੀਜ਼ ਮਿਲਣਗੀਆਂ, ਔਰ ਜੋ ਉਹਨਾਂ ਕੋਲ ਸਮੋਲ ਇਨਵੈਸਟਮੈਂਟ ਹੈ, ਸਮੋਲ ਇਨਵੈਸਟਮੈਂਟਸ ਵੀ ਕੈਨ ਯੂਜ਼ ਫॉर द डेवलपमेंट ऑफ द नेशन। देन सैलेंट फीचर्स ऑफ द स्ट्रैटेजी ऑफ इंडस्ट्रीयल ग्रोथ ड्यूरिंग द पीरियड 1950 to 1990। साढ़े को की गुड इफैक्ट्स की सी, बैड इफैक्ट्स की सी। फर्स्टली वी विल डिस्कस अबाउट द फीचर्स। पब्लिक सैक्टर को मेजर रोल प्रोवाइड किया गया, सेंट्रल रोल वॉज गिवन टू द पब्लिक सैक्टर एंड प्राइवेट सैक्टर को सैकेंडरी रोल प्रोवाइड किया गया अंडर द परमिट एंड लाइसेंस राज। उन्होंने अगर वो प्राइवेट सैक्टर ओपन भी करना चाहता तो उन्होंने परमिट्स की, लाइसेंसिस की जरूरत होएगी, एंड ਤਾਂ ਹੀ ਉਹ ਆਪਣੀ ਜਿਹੜੀ ਲੀਗਲੀ ਅੱਗੇ ਉਹ ਕਰ ਸਕਦੇ। ਐਂਡ ਦੇ ਹੈਵ ਗਿਵਨ ਇਫ ਦੇ ਵਾਂਟ ਟੂ ਪ੍ਰੋਡਿਊਸ ਦ ਗੁੱਡਸ ਦੇ ਵਿਲ ਪ੍ਰੋਡਿਊਸ ਦ ਗੁੱਡਸ ਵਿਦਿਨ ਦ ਲੀਗਲੀ ਪ੍ਰਿਸਕ੍ਰਾਈਬਡ ਲਿਮਿਟਸ। ਮੀਨਸ ਉਹਨਾਂ ਦੇ ਉੱਤੇ ਕੋਟਾਸ ਫਿਕਸ ਕੀਤਾ ਗਿਆ ਕਿ ਤੁਸੀਂ ਇੰਨਾ ਹੀ ਕਰ ਸਕਦੇ ਹੋ। ਨੈਕਸਟ
Focused on the import substitution. Import substitution, instead of importing the goods, we have to produce the goods within the domestic economy. ਤੇ ਅਸੀਂ ਜ਼ਿਆਦਾ ਆਪਣੀ ਜਿਹੜੀ ਸੈਲਫ ਰਿਲਾਇੰਸ ਨੂੰ ਇੱਥੇ ਇੰਪੋਰਟੈਂਸ ਪ੍ਰੋਵਾਈਡ ਕੀਤੀ। ਅਸੀਂ ਫੋਰਨ ਕੰਪੀਟੀਸ਼ਨ ਤੋਂ ਆਪਣੇ ਆਪ ਨੂੰ ਪ੍ਰੋਟੈਕਟ ਕੀਤਾ ਇਨ ਦਾ ਟੂ ਵੇਜ਼। ਫਸਟ ਇਜ਼ ਹੈਵੀ ਟੈਕਸ ਡਿਊਟੀਜ਼, ਮੀਨਸ ਅਸੀਂ ਟੈਰਿਫਸ ਐਂਡ ਕੋਟਾਸ ਲਗਾਏ। ਟੈਰਿਫ ਹੈਵੀ ਟੈਰਿਫ ਡਿਊਟੀਜ਼ ਐਂਡ ਫਿਕਸੇਸ਼ਨ ਆਫ ਇੰਪੋਰਟ ਕੋਟਾਸ, ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਇੰਨਾ ਮੰਗਵਾ ਸਕਦੇ ਹਾਂ, ਇਸ ਤੋਂ ਜ਼ਿਆਦਾ ਅਸੀਂ ਗੁਡਸ ਨੂੰ ਬਾਹਰੋਂ ਨਹੀਂ ਮੰਗਵਾਉਣਾ। ਐਂਡ ਲਾਰਜ ਸਕੇਲ ਇੰਡਸਟਰੀਜ਼ ਸਾਡੇ ਕੋਲ ਸੀਗੀਆਂ ਜਸਟ ਟੂ develop the infrastructure base for the economy। small scale industries employment equity ਦੇ ਲਈ ਅਸੀਂ ਉਹਨਾਂ ਨੂੰ ਪ੍ਰਮੋਟ ਕੀਤਾ। and then we are having good effects। good effect ਕੀ ਹੋਇਆ ਕਿ because we were not having this much capital, then ਇਹਦੇ ਨਾਲ ਕੀ ਹੈ ਕਿ ਬਿਗ ਪੁਸ਼ ਪ੍ਰੋਵਾਈਡ ਕੀਤਾ ਗਵਰਨਮੈਂਟ ਨੇ। ਸਾਡੇ ਕੋਲ 6% ਐਨੂਅਲ ਇਨਕਰੀਜ਼ ਹੋ ਗਿਆ ਆਊਟਪੁੱਟ ਦੇ ਵਿੱਚ। ਐਂਡ ਦਿਸ ਪ੍ਰੋਵਾਈਡ ਸਮ ਡਾਈਵਰਸੀਫਿਕੇਸ਼ਨ ਇਨ ਦਾ ਇੰਡਸਟਰੀਅਲ ਸੈਕਟਰ। ਅਸੀਂ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਆਪਣੇ ਆਪ ਨੂੰ ਸੈਟਅਪ ਕੀਤਾ। ਮੇਜਰ ਇੰਡਸਟਰੀ ਵਾਜ਼ ਸਨਰਾਈਜ਼ ਇੰਡਸਟਰੀ, ਦੈਟ ਇਜ਼ ਇਲੈਕਟ੍ਰੋਨਿਕ ਇਨ ਪਰਟੀਕੂਲਰ। then large scale industries, these were for the infrastructure base like Rourkela and Bhilai steel plants। ਉਸ ਤੋਂ ਬਾਅਦ SSI ਹੈ ਜਿਹੜੀ ਉਹਨਾਂ ਨੇ ਆਪਣੇ ਆਪ ਨੂੰ ਇਨਕਰੀਜ਼ ਕੀਤਾ ਸੋ ਦੈਟ ਕਿ ਅਸੀਂ ਆਪਣੀ ਗਰੋਥ ਨੂੰ ਕਰ ਸਕੀਏ ਵਿਦ ਦ ਸੋਸ਼ਲ ਜਸਟਿਸ। ਐਂਡ 5 year ਪਲਾਨ ਦੇ ਵਿੱਚ ਸਾਡੇ ਕੋਲ ਮੇਨ ਮੋਟਿਵ ਸੀਗਾ ਕਿ ਇੰਡਸਟਰੀਅਲਾਈਜੇਸ਼ਨ ਨੂੰ ਡਿਵੈਲਪ ਕਰਨਾ। ਐਂਡ ਫਸਟ 5 year ਸਾਡੇ ਕੋਲ ਜੋ 5 year ਪਲਾਨਸ ਦਿੱਤੇ ਗਏ ਸੀ, ਗਰੋਥ, ਇੰਪਲਾਇਮੈਂਟ, ਮੋਡਰਨਾਈਜੇਸ਼ਨ, ਇਕੁਇਟੀ, ਸੈਲਫ ਰਿਲਾਇੰਸ, ਇਹਨਾਂ ਨੂੰ ਅਸੀਂ ਡਿਫਰੈਂਟ ਪਲਾਨਸ ਦੇ ਵਿੱਚ ਡਿਫਰੈਂਟ ਵੇਜ਼ ਦੇ ਨਾਲ ਅਚੀਵ ਕਰਨ ਦੀ ਕੋਸ਼ਿਸ਼ ਕੀਤੀ। ਦੈਨ ਬੈਡ ਇਫੈਕਟਸ, because all industries were under the control of the government and they have rises the monopolies। ਦੈਨ ਮੋਨੋਪਲੀਜ਼ ਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਐਫੀਸ਼ੀਐਂਸੀ ਦੇ ਨਾਲ ਵਰਕ ਨਹੀਂ ਕੀਤਾ। ਦੇ ਵਰ ਵਰਕਿੰਗ ਵਿਦ ਦ ਇਨਐਫੀਸ਼ੀਐਂਸੀ, ਕਰਪਸ਼ਨ, ਲੀਕੇਜਿਸ, ਫਿਲਟਰੇਜਿਸ, ਇਹ ਮੇਜਰ ਕਰੈਕਟਰਿਸਟਿਕਸ ਬਣ ਗਏ ਗਵਰਨਮੈਂਟ ਇੰਟਰਪ੍ਰਾਈਜ਼ਿਸ ਦੇ। ਉਹਦੇ ਨਾਲ ਕੀ ਹੋਇਆ ਕਿ ਡੈਟ ਸੋਸ਼ਲ ਵੇਟ ਉਹ ਵਾਲੇ ਯੂਨਿਟਸ ਜਿਹੜੇ ਪ੍ਰੋਫਿਟ ਨਹੀਂ ਸੀ ਦੇ ਰਹੇ, ਈਵਨ ਦੋ ਦੇ ਵੋ ਹੈਵੀ ਵੇਟ ਫॉर ਦ ਸੋਸਾਇਟੀ। ਤਾਂ ਸੋਸਾਇਟੀ ਦੇ ਲਈ ਦੀਜ਼ ਵਰ ਇਨਕਰਿੰਗ ਹਿਊਜ ਲੋਸਿਸ। ਪਬਲਿਕ ਸੈਕਟਰ ਦੇ ਨਾਲ ਇਹਦੇ ਨਾਲ ਕੀ ਹੋਇਆ ਕਿ ਇਨਐਫੀਸ਼ੀਐਂਟ ਯੂਜ਼ ਕੀਤਾ ਉਹਨਾਂ ਨੇ ਨੈਸ਼ਨਲ ਰਿਸੋਰਸਿਸ ਦਾ। ਤਾਂ ਇਹਦੇ ਨਾਲ ਸਾਡੀ ਜਿਹੜੀ ਇਕਾਨਮੀ ਗਰੋ ਹੋਣ ਦੀ ਜਗ੍ਹਾ ਦੇ ਉੱਤੇ ਬੈਕਵਰਡਨੈਸ ਵੱਲ ਨੂੰ ਮੂਵ ਕਰ ਗਈ। ਅਸੀਂ ਪ੍ਰੋਟੈਕਸ਼ਨ ਤਾਂ ਪ੍ਰੋਵਾਈਡ ਕੀਤੀ, ਬਟ ਪ੍ਰੋਟੈਕਸ਼ਨ ਫਰੋਮ ਦ ਫੋਰਨ ਕੰਪੀਟੀਸ਼ਨ। ਇਫ ਵੀ ਆਰ ਨਾਟ ਹੈਵਿੰਗ ਐਨੀ ਕੰਪੀਟੀਸ਼ਨ ਨਹੀਂ ਹੈ ਤਾਂ ਇਟ ਮੀਨਸ ਸਾਡੀ ਜਿਹੜੀ ਪ੍ਰੋਡਕਟ ਕੁਆਲਿਟੀ ਹੋਏਗੀ ਉਹ ਇੰਟਰਨੈਸ਼ਨਲ ਸਟੈਂਡਰਡਸ ਦੀ ਨਹੀਂ ਹੋਏਗੀ। ਤਾਂ ਮੋਨੋਪਲੀ ਕੰਟਰੋਲ ਨੇ ਸਾਡੇ ਜਿਹੜੇ ਇੰਟਰਨੈਸ਼ਨਲ ਸਟੈਂਡਰਡਸ ਦੀ ਕੁਆਲਿਟੀ ਹੈ ਉਹਨੂੰ ਡਿਲਿਊਟ ਕੀਤਾ। ਦੈਨ ਫੋਰਨ ਐਕਸਚੇਂਜ ਨੂੰ ਪ੍ਰਮੋਟ ਸੇਵ ਕਰਨ ਦੇ ਲਈ ਅਸੀਂ ਇੰਪੋਰਟ ਸਬਸਟੀਟਿਊਸ਼ਨ ਦੀ ਪੋਲਿਸੀ ਬਣਾਈ। ਇੰਪੋਰਟ ਸਬਸਟੀਟਿਊਸ਼ਨ ਮੀਨਸ ਇਨ ਪਲੇਸ ਆਫ ਇੰਪੋਰਟਿੰਗ ਦਾ ਗੁਡਸ, ਅਸੀਂ ਆਪਣੀ ਹੀ ਕੰਟਰੀ ਦੇ ਵਿੱਚ ਗੁਡਸ ਨੂੰ ਪ੍ਰੋਡਿਊਸ ਕਰ ਰਹੇ ਹਾਂ, ਤਾਂ ਉਹਦੀ ਜਗ੍ਹਾ 'ਤੇ ਇਹ ਹੋਣਾ ਚਾਹੀਦਾ ਸੀ ਕਿ ਅਸੀਂ ਐਕਸਪੋਰਟ ਪ੍ਰਮੋਸ਼ਨ ਦੀ ਪੋਲਿਸੀ ਨੂੰ ਅਡੋਪਟ ਕਰਦੇ ਸੋ ਦੈਟ ਕਿ ਅਸੀਂ ਮੈਕਸੀਮਮ ਅਰਨ ਕਰ ਸਕਦੇ ਹਾਂ ਫੋਰਨ ਐਕਸਚੇਂਜ ਨੂੰ ਫਰੋਮ ਦਾ ਆਊਟਸਾਈਡਰਸ। ਤਾਂ ਇਸ ਪੋਲਿਸੀ ਨੇ ਵਟ ਐਵਰ ਪੋਲਿਸੀ ਵੀ ਹੈਵ ਅਡੋਪਟਡ ਟਿਲ 1990 ਇੰਪੋਰਟ ਸਬਸਟੀਟਿਊਸ਼ਨ ਪੋਲਿਸੀ, ਉਹਦੇ ਨਾਲ ਕੀ ਹੋਇਆ ਕਿ ਐਂਡ ਆਫ ਦਾ 1990 ਸਾਡੇ ਕੋਲ ਸਟਾਕਸ ਬਹੁਤ ਘੱਟ ਗਏ, ਜਿਹਦੇ ਨਾਲ ਅਸੀਂ ਆਪਣੀਆਂ ਜਿਹੜੀਆਂ ਨੀਡਸ ਸੀ ਉਹ ਫੁਲਫਿਲ ਨਹੀਂ ਸੀ ਕਰ ਸਕਦੇ। ਈਵਨ ਤੋਂ ਸਾਨੂੰ ਫੋਰਨ ਕੰਟਰੀਜ਼ ਤੋਂ ਅਗਰ ਅਸੀਂ ਰਿਜ਼ਰਵਸ ਲੈਣਾ ਚਾਹੁੰਦੇ ਸੀ, ਵੀ ਹੈਵ ਟੂ ਪਲੇਸ ਆਰ ਗੋਲਡ ਰਿਜ਼ਰਵਸ ਸੋ ਦੈਟ ਕਿ ਅਸੀਂ ਉਹਨਾਂ ਤੋਂ ਆਪਣਾ ਬੋਰੋ ਕਰ ਸਕਦੇ। ਤਾਂ ਇੰਨੀ ਬੈਡ ਇਫੈਕਟਸ ਹੋ ਗਏ ਕਿ ਸਾਨੂੰ ਇੱਕ ਨਵੀਂ ਇਕਨੋਮਿਕ ਪਾਲਿਸੀ ਬਣਾਉਣੀ ਪਈ। So these were the reasons for emerging of the new economic policy, that liberalization, privatization and globalization. We will discuss this about in the chapter number 6.